ਜਾਂ ਚੀਫ ਮਿਨਿਸਟਰ ਆ ਉਹ ਚੀਕਾਂ ਮਾਰ ਰਿਹਾ। ਦੇਖੋ ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹੈ, ਪ੍ਰਗਟ ਸਿੰਘ ਤੇ ਨਾਲ ਵਿਜੇਂਦਰ ਸਿੰਗਲਾ। ਵੈਸੇ ਦਿਨਾਂ ਦੀ ਗੱਲ ਹੁੰਦੀ ਆ, ਵਿਜੇਂਦਰ ਸਿੰਗਲਾ ਕਦੇ ਉਸ ਕਿਚਨ ਕਮੇਟੀ ਦਾ ਹਿੱਸੇਦਾਰ ਸੀ ਜੋ ਅਮਰਿੰਦਰ ਸਿੰਘ ਦੀ ਖਾਸਮ ਖਾਸ ਸੀ। ਅੱਜ ਤੁਸੀਂ ਦੇਖੋ ਕਿ ਅਮਰਿੰਦਰ ਸਿੰਘ ਦੇ ਉਲਟ ਇੱਕ ਤਰ੍ਹਾਂ ਨਾਲ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਉਹਦੇ ਵਿੱਚ ਉਹ ਸ਼ਮੂਲੀਅਤ ਕਰਦੇ ਆ। ਤਾਂ ਬਹਰਹਾਲ ਦੇਖੋ ਪ੍ਰਗਟ ਸਿੰਘ ਹੋਰਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਉਹੀ ਨੇ ਕਿ ਪਹਿਲਾਂ ਗਏ ਤੇ ਝੋਨਾ ਬੰਦ ਕਰ ਰਹੇ ਤੇ ਹੁਣ ਹੱਦਾਂ ਬੰਦ ਕਰ ਦਿੱਤੀਆਂ, ਮਤਲਬ ਕਿ ਸਾਡਾ ਤੇ ਅਧਿਕਾਰ ਖੇਤਰ ਹੀ ਇਹਨਾਂ ਨੇ ਖੋਹ ਲਿਆ ਵਾ। ਤੇ ਇਸ ਕਰਕੇ ਉਹ ਕਹਿੰਦੇ ਕਿ ਇਹ ਜਿਹੜਾ ਕੰਮ ਕਰ ਰਹੇ ਆ ਇਹ ਗਲਤ ਆ। ਇਹ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਗਵਰਨਰੀ ਰਾਜ ਦੀ ਕਨਸੂ ਹੈ, ਜਾਂ ਕਹਿ ਲਓ ਕਿਤੇ ਨਾ ਕਿਤੇ ਇਹਦਾ ਸੰਕੇਤ ਮਿਲਦਾ ਹੈ। ਤੇ ਨਾਲ ਉਹਨਾਂ ਆਖਿਆ ਕਿ ਅਸਲ ਗੱਲ ਤੇ ਇਹ ਹੈ ਕਿ ਇਸ ਨਵੇਂ ਫੈਸਲੇ ਨੂੰ ਵੀ ਭਾਜਪਾ ਤੇ ਕੇਂਦਰ ਸਰਕਾਰ ਦੇ ਸਾਰੇ ਵਰਤਾਰੇ ਨਾਲ ਜੋੜ ਕੇ ਵੇਖਣਾ ਪਊ। ਤੇ ਪੰਜਾਬ ਬੰਗਾਲ ਕਿਸਾਨ ਅੰਦੋਲਨ ਤੇ ਲਖੀਮਪੁਰ ਵਾਲੀ ਘਟਨਾ ਇਹ ਸਾਰੀਆਂ ਹੀ ਇੱਕੋ ਕੜੀ ਦਾ ਹਿੱਸਾ ਹਨ। ਨਾਲ ਉਹ ਐਲਰਜ ਕਰਦੇ ਆ, ਉਹ ਕਹਿੰਦੇ ਆ ਕਿ ਭਾਜਪਾ ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਸਾਰੇ ਦੇਸ਼ ਵਿੱਚ ਕਰ ਰਹੀ ਆ ਉਵੇਂ ਹੀ ਪੰਜਾਬ ਵਿੱਚ ਕਰਨਾ ਚਾਹੁੰਦੀ ਆ। ਪੁਆਇੰਟ ਅੱਛੇ ਫੜ ਰਹੇ ਨੇ ਅੱਜ ਕੱਲ੍ਹ ਪ੍ਰਗਟ ਸਿੰਘ। ਬਾਲ ਵੀ ਬਹੁਤ ਜ਼ਬਰਦਸਤ ਫੜਦੇ ਸੀ, ਪੁਆਇੰਟ ਅੱਛੇ ਫੜ ਰਹੇ ਨੇ। ਇਹ ਹੋ ਰਿਹਾ ਹੈ ਪੋਲਰਾਈਜੇਸ਼ਨ ਦਾ ਬਹੁਤ ਵੱਡੇ ਪੱਧਰ ਤੇ ਯਤਨ ਹੋ ਰਿਹਾ ਪੰਜਾਬ ਦੇ ਵਿੱਚ। ਕੁਛ ਨੌਜਵਾਨ ਹਿੰਦੂ ਭਾਈਚਾਰੇ ਦੇ ਵਿੱਚ ਜਿਹੜੇ ਆ ਉਹ ਲੈ ਜਾ ਰਹੇ ਆ, ਰੈਡੀਕਲਾਈਜ਼ ਕੀਤਾ ਜਾ ਰਿਹਾ ਵਾ। ਖਾਸ ਚੀਜ਼ਾਂ ਜਿਹੜੀਆਂ ਉਹ ਅੰਦਰ ਖਾਤੇ ਚੱਲ ਰਹੀਆਂ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ। ਪੋਲਰਾਈਜੇਸ਼ਨ ਦਾ ਇੱਕ ਉਬਾਲ ਪੰਜਾਬ ਚ ਤੁਹਾਨੂੰ ਵੇਖਣ ਨੂੰ ਮਿਲੇਗਾ। ਉਹ ਕਿਸ ਤਰੀਕੇ ਨਾਲ ਮਿਲਦਾ ਹੈ, ਕਿਸ ਫਾਰਮੂਲੇ ਨਾਲ ਮਿਲਦਾ, ਕਿਸ ਰੂਪ ਚ ਮਿਲਦਾ, ਕਦੋਂ ਮਿਲਦਾ, ਕਿਸ ਘਟਨਾ ਚ ਉਪਜਦਾ, ਦੇਖਣਾ ਹੋਏਗਾ। ਸੰਭਲ ਕੇ ਚੱਲਣਾ ਪਏਗਾ ਕਿਸਾਨ ਆਗੂਆਂ ਨੂੰ ਵੀ। ਖੈਰ ਇਹ ਇਹਨਾਂ ਦੇ ਪੁਆਇੰਟ ਚੋਂ ਗੱਲ ਕੱਢ ਰਹੇ ਆ ਕਿ ਇਹ ਡਰ ਹੈ। ਪਰ ਭਾਜਪਾ ਜਿੱਥੇ ਜਾਂਦੀ ਹੈ ਤੁਹਾਨੂੰ ਪਤਾ ਹੈ ਉਹ ਡਿਵੈਲਪਮੈਂਟ ਤੇ ਘੱਟ ਯਕੀਨ ਕਰਦੇ ਆ। ਉਹ ਇਸ ਤਰ੍ਹਾਂ ਦੀ ਕਤਾਰਬੰਦੀ ਤੇ ਪਾਲਾਬੰਦੀ ਤੇ ਹੀ ਯਕੀਨ ਰੱਖਦੇ ਆ। ਤਾਂ ਬਹਰਹਾਲ ਇਹ ਨਹੀਂ ਹੈ ਕਿ ਅਮਰਿੰਦਰ ਸਿੰਘ ਨੇ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਕਿ ਸਿੱਧੂ ਤੇ ਪ੍ਰਗਟ ਸਿੱਕੇ ਦੇ ਇੱਕੋ ਪਹਿਲੂ ਆ, ਇੱਕੋ ਪਾਸੇ ਆ, ਦੋਵੇਂ ਇੱਕ ਸਿੱਕੇ ਦੇ ਪਾਸੇ ਆ। ਪ੍ਰਗਟ ਸਿੰਘ ਤੇ ਇਹ ਜਿਹੜੇ ਆ ਹਾਸੋ ਹੀਣੀਆਂ ਗੱਲਾਂ ਕਰਦੇ ਆ, ਮਤਲਬ ਕਿ ਇਸ ਤਰ੍ਹਾਂ ਦਾ ਜਵਾਬ ਸੀ ਉਹਨਾਂ ਦਾ। ਪਰ ਉਹ ਸਿੱਧੇ ਰੂਪ ਦੇ ਵਿੱਚ ਕਹਿ ਲਓ ਕਿ ਉਹਨਾਂ ਦਾ ਜਿਹੜਾ ਸਟਾਂਸ ਆ, ਸਟੈਂਡ ਆ, ਉਹ ਕੇਂਦਰ ਦੇ ਹੱਕ ਦੇ ਵਿੱਚ ਕਿਉਂ ਆ ਉਹ ਆਪਾਂ ਸਾਰੇ ਸਮਝਦੇ ਆ। ਬਹਰਹਾਲ ਜਿਹੜੀ ਹੁਣ ਅਸਲ ਗੱਲ ਆ, ਵੇਖੋ ਬਹੁਤ ਸਾਰੇ ਸ਼ਹਿਰ ਜਿਹੜੇ ਆ ਉਹ BSF ਦੇ ਸਿੱਧੇ ਹੀ ਅਧਿਕਾਰ ਖੇਤਰ ਚ ਆ ਜਾਣਗੇ, ਉਹਨਾਂ ਦੀ ਜੁਰਿਸਡਿਕਸ਼ਨ ਚ ਆ ਜਾਣਗੇ। ਤਾਂ ਉਹਦੇ ਚ ਇੱਕ ਬਹੁਤ ਵੱਡਾ, ਕੱਲ ਵੀ ਮੈਂ ਕਿਹਾ ਸੀਗਾ ਕਿ ਸੰਵਿਧਾਨਕ ਕੌਨਫਲਿਕਟ ਪੈਦਾ ਹੋ ਸਕਦਾ ਆ ਕਿ ਪੁਲਿਸ ਕਹੇਗੀ ਕਿ ਸਾਡਾ ਅਧਿਕਾਰ ਖੇਤਰ ਆ, ਉਹ ਕਹਿਣਗੇ ਸਾਡਾ ਅਧਿਕਾਰ ਖੇਤਰ ਆ। ਇਹਨਾਂ ਚੀਜ਼ਾਂ ਨੂੰ ਸੌਟ ਕਿਵੇਂ ਕੀਤਾ ਜਾਵੇ, ਇੱਕ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡੇ ਪੱਧਰ ਤੇ ਇਹ ਇੱਕ ਸਵਾਲ ਰਹੇਗਾ। ਕਿਉਂਕਿ ਜੇ ਤੁਸੀਂ ਦੇਖੋਗੇ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਅਧਿਕਾਰ ਖੇਤਰ ਸੀ ਉਹ ਘਟਾ ਦਿੱਤਾ ਗਿਆ, ਰਾਜਸਥਾਨ ਦਾ ਸਿਮਿਲਰ ਰਹਿਣ ਦਿੱਤਾ ਗਿਆ ਜਿਹੜਾ ਸਾਡਾ ਗੁਆਂਢੀ ਸੂਬਾ ਹੈ। ਸਿਰਫ 3 ਸੂਬੇ ਅਸਮ, ਬੰਗਾਲ ਤੇ ਪੰਜਾਬ, ਪੰਜਾਬ ਤੇ ਬੰਗਾਲ ਸਮਝ ਸਕਦੇ ਆ। ਅਸਮ ਕਿਉਂਕਿ ਬੰਗਲਾਦੇਸ਼ੀਆਂ ਦੀ ਬਹੁਤ ਵੱਡੀ ਸ਼ਰਮਗਾਹ ਤੇ ਕਿਹਾ ਜਾਂਦਾ ਕਿ ਬਹੁਤ ਸਾਰੇ ਬੰਗਲਾਦੇਸ਼ੀ ਇਲੀਗਲ ਢੰਗ ਨਾਲ ਰਹਿ ਰਹੇ ਜਾਂ ਇੱਧਰ ਪ੍ਰਵੇਸ਼ ਕਰਦੇ ਨੇ, ਦਾਖਲਾ ਲੈਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜੇ ਜੋੜ ਕੇ ਵੇਖਿਆ ਜਾਵੇ ਤਾਂ ਜਿਵੇਂ ਕੱਲ ਵੀ ਆਪਾਂ ਕਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲਓ ਕਿ ਸੁੱਖ ਨਹੀਂ ਜਾਵੇ। ਜੀ ਜੀ ਬਿਲਕੁਲ। ਸੋ ਇਸ਼ਾਰੇ ਉਧਰ ਨੂੰ ਹੀ ਜਿਹੜੇ ਉਹ ਹੋ ਰਹੇ ਨੇ। ਨਵਜੋਤ ਸਿੱਧੂ ਦਾ ਚਿੱਤ ਰਾਜੀ ਹੋਇਆ, ਬਣੇ ਰਹਿਣਗੇ ਪ੍ਰਧਾਨ। ਮੁੰਡੇ ਦਾ ਚਿੱਤ ਰਾਜੀ ਹੋ ਗਿਆ, ਹੁਣ ਠੋਕੋ ਠੋਕੋ ਤਾਲੀ ਜਿੰਨੀ ਮਰਜ਼ੀ ਠੋਕੋ। ਇਹ ਸਿੱਧੂ ਸਾਹਿਬ ਜਦੋਂ ਜਾਂਦੇ ਨੇ ਨਾ ਉਦੋਂ ਸ਼ੇਰ ਹੁੰਦੇ ਨੇ, ਜਦੋਂ ਉੱਥੋਂ ਦਿੱਲੀ ਚੋਂ ਉਹਨਾਂ ਦੇ ਘਰੋਂ ਨਿਕਲਦੇ ਆ ਨਾ ਇਹ ਭਿੱਜੇ ਬਿੱਲੇ ਬਣੇ ਹੁੰਦੇ। ਇਹ ਇਹਨਾਂ ਦੀ ਤੁਸੀਂ ਦੇਖ ਲਿਓ ਚਾਲ ਢਾਲ, ਇੱਥੋਂ ਤੇ ਗਏ ਬੜਕਾ ਮਾਰਦੇ ਕਰ ਦੂ ਉਹ ਕਰ ਦੂ, ਮਤਲਬ ਕਿ ਪੰਜਾਬ ਨਾਲ ਸਮਝੌਤਾ ਨਹੀਂ, ਮੁੱਦਿਆਂ ਨਾਲ ਸਮਝੌਤਾ ਨਹੀਂ, ਐਸੀ ਕੀ ਤੈਸੀ, ਬਸ ਉਹ ਜਿੱਦਾਂ ਦੇ ਮੁੱਦੇ ਚੁੱਕਦੇ ਆ। ਸਿਲੈਕਟਿਵ ਰਾਜਨੀਤੀ ਹੈ ਇਹਨਾਂ ਦੀ, ਸਿਲੈਕਟਿਵ ਕਿਉਂ ਆ ਉਹ ਤੁਹਾਨੂੰ ਪਤਾ ਹੀ ਹੈ। ਸਿਲੈਕਟਿਵ ਰਾਜਨੀਤੀ ਕਿ ਇੱਕ ਮੁੱਦਾ ਚੁੱਕਣਾ ਆ, ਉਹਦੀ ਗੱਲ ਕਰਨੀ ਹੈ ਜਿਹੜਾ ਹੌਟ ਹੋਵੇ, ਜਿਹੜਾ ਜਜ਼ਬਾਤੀ ਹੋਵੇ, ਜਿਹੜਾ ਬਹੁਤ ਜ਼ਿਆਦਾ ਲੋਕਾਂ ਨੂੰ ਖਿੱਚਦਾ ਹੋਵੇ।
ਪਰ ਇਹਨਾਂ ਨੂੰ ਕਦੇ ਬੇਰੁਜ਼ਗਾਰੀ ਨਹੀਂ ਦਿਸਦੀ, ਬੇਰੁਜ਼ਗਾਰੀ ਜੀ ਤੇ ਕਦੇ ਗੱਲ ਨਹੀਂ ਕਰੂਗੀ। ਇਹਨਾਂ ਨੂੰ ਪੰਜਾਬ ਦੀ ਇਕਨੋਮੀ ਨਹੀਂ ਦਿਸਦੀ, ਕਦੇ ਗੱਲ ਨਹੀਂ ਕਰੂਗੀ। ਇਹਨਾਂ ਨੂੰ ਮਾਵਾਂ ਦੇ ਪੁੱਤ ਰੋਜ਼ਾਨਾ ਚਿੱਟੇ ਨਾਲ ਡਿੱਗਦੇ ਨਹੀਂ ਦਿਖੂਗੇ, ਰੋਜ਼ਾਨਾ ਸਟ੍ਰੈਸ ਕਰਕੇ, ਰੋਜ਼ਾਨਾ ਮਾਨਸਿਕ ਤਣਾਅ ਕਰਕੇ ਦਰਜਨ ਭਰ ਪੰਜਾਬੀ ਖੁਦਕੁਸ਼ੀਆਂ ਕਰ ਰਹੇ ਆ ਐਵਰੇਜ। ਇਹਨਾਂ ਨੂੰ ਕਦੇ ਨਹੀਂ ਦਿਸਣਗੇ। ਕਰਜ਼ਾ ਵੱਧ ਰਿਹਾ ਨਹੀਂ ਦਿਸਣਗੇ, ਲੋਕਾਂ ਦੀ ਜਿਹੜੀ ਕਹਿ ਲਓ ਕਿ ਖਰਚ ਸ਼ਕਤੀ ਉਹ ਘਟ ਰਹੀ ਆ, ਪਰ ਕੈਪੀਟਾ ਇਨਕਮ ਪੰਜਾਬ ਦੀ ਉਹ ਹਰਿਆਣੇ ਦੇ ਮੁਕਾਬਲੇ ਪਛੜ ਰਹੀ ਆ। ਇੱਥੋਂ ਤੱਕ ਈਵਨ ਦੈਟ ਕਿ ਜਿਹੜੀ ਕੌਮੀ ਪਰ ਕੈਪੀਟਾ ਇਨਕਮ ਹੈ ਉਹਦੇ ਮੁਕਾਬਲੇ ਵੀ ਪੰਜਾਬ ਪਿੱਛੇ ਜਾ ਰਿਹਾ ਵਾ। ਪਰ ਇਹਨਾਂ ਨੂੰ ਸਿਰਫ ਕੁਝ ਕੁ ਮੁੱਦਿਆਂ ਤੇ ਕਹਿ ਲਓ ਕਿ ਤਵਾ ਜਿਹੜਾ ਉਹ ਗਰਮ ਰੱਖਣਾ ਪੈਂਦਾ। ਚਲੋ ਰੱਖਣ ਗਏ ਸਨ ਦਿੱਲੀ, ਜਾ ਕੇ ਦਿੱਲੀ ਤੇ ਹਾਜ਼ਰੀ ਭਰੀ ਨੇ, ਉੱਥੋਂ ਬਾਅਦ ਜਦੋਂ ਬਾਹਰ ਨਿਕਲੇ ਆ ਕਹਿੰਦੇ ਬਸ ਬਸ ਠੀਕ ਹੈ ਜੀ, ਸਭ ਕੁਝ ਠੀਕ ਹੈ, ਓਕੇ। ਤੇ ਮਤਲਬ ਕਿ ਮੈਂ ਪੰਜਾਬ ਦੇ ਮੁੱਦੇ, ਇਸ ਤੋਂ ਇਲਾਵਾ ਕਾਂਗਰਸ ਦੇ ਨਾਲ ਜੁੜੀਆਂ ਗੱਲਾਂ ਜਿਹੜੀਆਂ ਮੇਰੇ ਕੰਸਰਨ ਸੀਗੇ ਉਹ ਮੈਂ ਸ਼ੇਅਰ ਕਰ ਦਿੱਤੇ ਆ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਲੀਡਰਸ਼ਿਪ 'ਚ ਮੈਨੂੰ ਬਹੁਤ ਜ਼ਿਆਦਾ ਭਰੋਸਾ ਹੈ। ਜੋ ਉਹ ਹੁਕਮ ਕਰਨਗੇ ਉਹ ਮੇਰੇ ਸਿਰ ਮੱਥੇ, ਮਤਲਬ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ, ਪਰਨਾਲਾ ਉੱਥੇ ਦਾ ਉੱਥੇ ਹੀ ਰਹਿ ਗਿਆ। ਏਜੀ ਉਹੀ ਰਹਿ ਜੂ, ਡੀਜੀਪੀ ਪੈਨਲ ਦੇ ਵਿੱਚੋਂ ਹੀ ਲੱਗੂ, ਕੇਂਦਰ ਦਾ ਸਿੱਧਾ ਹੀ ਉਹਦੇ 'ਚ ਦਖਲ ਹੈ, ਕੇਂਦਰ ਦਾ ਸਿੱਧਾ ਉਹਦੇ ਵਿੱਚ ਪ੍ਰਭਾਵ ਰਹੇਗਾ। ਇਹ ਗੱਲ ਤੁਸੀਂ ਨੋਟ ਕਰ ਲਿਓ, ਚਾਹੇ ਕੋਈ ਵੀ ਡੀਜੀਪੀ ਲੱਗੇ। ਤੇ ਬਦਲਿਆ ਕੀ ਭਾਈ, ਜਿਹੜੇ ਸਿੱਧੂ ਸਾਹਿਬ ਦੇ ਪਿੱਛੇ ਡਾਂਗਾ ਚੱਕ ਲੈਂਦੇ ਨੇ ਫੇਸਬੁੱਕ ਤੇ, ਸਾਡੇ ਵਰਗਿਆਂ ਨੂੰ ਭਜਾ ਦਿੰਦੇ, ਮਗਰ ਲੱਗ ਜਾਂਦੇ ਐਲੀ ਐਲੀ ਕਰਕੇ। ਆ ਦੇਖ ਲੈਣ ਕਿ ਕਿਸ ਤਰ੍ਹਾਂ ਇਹ ਤੁਹਾਨੂੰ ਮਤਲਬ ਕਿ ਇੱਕ ਡੁਗਡੁਗੀ ਵਜਾ ਕੇ ਮਗਰ ਲਾ ਲੈਂਦੇ ਆ, ਆਪ ਫਿਰ ਬੋਚ ਕੇ ਭੇਸ ਵਟਾ ਕੇ ਭੀੜ ਚੋਂ ਨਿਕਲ ਜਾਂਦੇ ਆ। ਕੀ ਖੱਟਿਆ ਤੁਸੀਂ ਮੈਨੂੰ ਦੱਸੋ। ਰਜ਼ੀਆ ਸੁਲਤਾਨਾ ਜੀ ਨੇ ਦਿੱਤਾ ਅਸਤੀਫਾ, ਉਹ ਬੈਠੇ ਆ ਕੈਬਨਿਟ ਦੇ ਵਿੱਚ, ਕੀ ਕਰੋਗੇ। ਸੋ ਇਹ ਕੁੱਲ ਮਿਲਾ ਕੇ ਆਪਣੇ ਫਾਇਦੇ ਦੇਖਣ ਵਾਲੇ ਰਾਜਨੀਤਿਕ ਬੰਦੇ ਆ। ਚਲੋ ਇਸ ਚੀਜ਼ ਨੂੰ ਵੀ ਛੱਡ ਦਿਓ, ਕੋਈ ਗੱਲ ਨਹੀਂ ਹੈ, ਜਾ ਕੇ ਆਪਣੀ ਰਾਜਨੀਤੀ ਕਰੋ। ਮੈਂ ਇੱਕ ਗੱਲ ਕਹੂੰਗਾ ਕਿ ਕਾਂਗਰਸ ਦੇ ਵਿੱਚੋਂ ਤੁਸੀਂ ਤੇ ਕਾਂਗਰਸ ਦਾ ਭਲਾ ਸੋਚ ਲਓ। ਹੁਣ ਤੁਹਾਡੇ ਸੰਗਠਨ ਦੇ ਢਾਂਚੇ ਟੁੱਟੇ ਨੂੰ ਆਲਮੋਸਟ 1.5-2 ਸਾਲ ਹੋ ਗਿਆ, ਉਹਦੀ ਰਚਨਾ ਕਰੋ ਦੁਬਾਰਾ ਤੋਂ ਉਹਦੀ ਉਸਾਰੀ ਕਰੋ, ਦੁਬਾਰਾ ਤੋਂ ਉਹਨੂੰ ਗੰਢੋ, ਲੋਕਾਂ 'ਚ ਉਤਾਰੋ। ਕਿ ਜਿਹੜੇ ਆ 2-3 ਮਹੀਨੇ ਆ ਹੱਥ ਜੋੜੇ ਕਿ ਰੱਬ ਦਾ ਵਾਸਤਾ ਕਿਰਪਾ ਕਰਕੇ, ਹੁਣ ਤੇ ਪੰਜਾਬ ਸਰਕਾਰ ਨੇ ਮੰਗ ਵੀ ਕਰ ਦਿੱਤੀ ਅੱਜ ਹਾਈ ਕੋਰਟ ਦੇ ਵਿੱਚ ਕਿ ਡਰੱਗ ਵਾਲੀ ਜਿਹੜੀ ਫਾਈਲ ਆ ਉਹ ਖੋਲੀ ਜਾਵੇ। ਚਲੋ ਦੇਰ ਆਏ ਤੇ ਦਰੁਸਤ ਆਏ ਕਿ ਤੁਸੀਂ ਟਿਕ ਕੇ ਕਿਤੇ 2-3 ਮਹੀਨੇ ਹੀ ਕੰਮ ਕਰ ਲਵੋ ਨਾ, ਛੇਕੜ 2-3 ਮਹੀਨੇ ਹੀ ਇੱਕ ਅੱਛੀ ਟੀਮ ਦੇ ਰੂਪ ਦੇ ਵਿੱਚ ਪਰਫਾਰਮ ਕਰ ਜਾਵੋ। ਅਸੀਂ ਤੁਹਾਨੂੰ ਤਾਲੀ ਛੱਡੋ, ਅਸੀਂ ਤੁਹਾਨੂੰ ਸਲਾਮ ਠੋਕਾਂਗੇ, 100 ਵਾਰੀ ਸਲਾਮ ਠੋਕਾਂਗੇ ਕਿ ਚਲੋ ਲੜ ਖੜਾਉਂਦੇ ਹੀ ਸਹੀ ਯਾਰ। ਐਂਡ ਤੇ ਜਿਵੇਂ ਆਪਾਂ ਦੇਖਦੇ ਨਹੀਂ ਹੁੰਦੇ ਸੀਗੇ ਪੁਰਾਣੇ ਮੈਚਾਂ ਦੇ ਵਿੱਚ 45 ਓਵਰ ਤੱਕ ਘੁਰਚ ਕਰੀ ਜਾਂਦੇ ਹੁੰਦੇ ਸੀ, ਐਂਡ ਤੇ ਕਪਿਲ ਦੇਵ ਵਰਗੇ ਬੱਲਾ ਘੁਮਾ ਜਾਂਦੇ, ਮੈਚ ਬਣ ਜਾਂਦਾ ਸੀ। ਚਲੋ ਯਾਰ ਐਂਡ ਤੇ ਆ ਕੇ ਇੰਡੀਆ ਬੇਸ਼ੱਕ ਹਾਰ ਗਿਆ, ਕੋਈ 2-4 ਛੱਕੇ ਤੇ ਲਾ ਗਏ ਨਾ ਕਪਿਲ ਦੇਵ। तो ऐसा ही है कि एंड पे हुण कोई अच्छी पारी खेड जावे, कोई चंगा परफॉर्म कर जावे, वो साडे वास्ते, तुहाडे वास्ते, पंजाब वास्ते अच्छा होएगा। बाकी जे इसे तरह फिर चली जाओगे, एक दूजे दीयां लत्तां खिच्ची जाओगे, ओहदे चों कख नहीं निकलना, पंजाब दा कख नहीं सौरना। जी जी जी। अगली गल करिए, सांझे किसान मोर्चे का फैसला, दशहरे ते नहीं फूके जाणगे मोदी ते अमित शाह दे पुतले। हाँ जी, देखो ये मैनूं लगदा कि कुछ जथेबंदियां ने तो अज कर दिता ऐलान, पर एक दो जथेबंदियां हुण मैं थोड़ा जिहा अजकल अपनी निजी जिंदगी च मैनूं ज़्यादा रझेवां पै गया, बहुतियां बैठकां सुनने का मौका नहीं मिलता। दरअसल की आ कि मैनूं लगदा कि एक दो जथेबंदियां दियां जिहड़ियां ने किते ना किते सहमतियां नज़र आ रहीआं, जां कुछ आगू जिहड़े सहमत है, चलो उहनूं आपां कन्फर्म करांगे कल तो। ते अच्छा ਹੁਣ ਇਹ ਜਿਹੜਾ ਫੈਸਲਾ ਵੈਸੇ ਸਹੀ ਫੈਸਲਾ ਮੇਰੇ ਖਿਆਲ ਦੇ ਨਾਲ, ਮੈਂ ਤੁਹਾਨੂੰ ਰਾਜ ਕਰਨਵੀਰ ਸਿੰਘ ਜੀ ਇੱਕ ਗੱਲ ਬੜੀ ਸਪਸ਼ਟ ਕਹਾਂਗਾ, ਤੁਸੀਂ ਉਹ ਲੋਕ ਜਿਹੜੇ ਚਿੰਤਾ ਤੋਂ ਰਹਿੰਦੇ ਹੋ ਇੱਥੇ ਦੇ ਮਾਹੌਲ ਪ੍ਰਤੀ, ਠੀਕ ਆ, ਵਿਚਾਰਧਾਰਾ ਦਾ ਕੋਈ ਚੱਕਰ ਨਹੀਂ ਹੁੰਦਾ, ਕੋਈ ਕਿਸੇ ਵਿਚਾਰਧਾਰਾ ਨਾਲ ਤਾਲੁਕ ਰੱਖਦਾ, ਕੋਈ ਕਿਸੇ ਨਾਲ ਤਾਲੁਕ ਰੱਖਦਾ। ਜੋ ਉੱਤੇ ਮਾਹੌਲ ਬਣ ਰਿਹਾ, ਇੱਕ ਤੇ ਹੈਗਾ ਹੇਠਾਂ ਸੋਸ਼ਲ ਮੀਡੀਆ, ਸਾਡਾ ਖੇਤਰੀ ਸੋਸ਼ਲ ਮੀਡੀਆ, ਜੀ ਜੀ, ਅਸੀਂ ਸਾਰੇ ਪੰਜਾਬੀ ਇੱਕ ਦੂਜੇ ਨਾਲ ਅਟੈਚ ਆ, ਹਨਾ, ਜੋ ਦੇਖਦੇ ਆ ਇੱਕ ਦੂਜੇ ਨੂੰ ਫੋਲੋ ਕਰਦੇ ਆ।
ਇੱਕ ਹੈਗਾ ਉਤਲਾ, ਜਦੋਂ ਖੁੱਲ ਜਾਂਦਾ ਹੈ, ਜਿੱਥੇ ਜਾ ਕੇ ਤੁਸੀਂ, ਕਿਉਂਕਿ ਹੁਣ ਆਪਾਂ ਨੂੰ ਤੇ ਫੋਲੋ ਕਰਨਾ ਹੀ ਪੈਂਦੇ ਆ ਨਾ ਪੇਜ, ਜਾਂ ਦੇਖਣਾ ਪੈਂਦਾ ਇਹਨਾਂ ਦੇ ਲੋਕਾਂ ਨੂੰ ਹੀ ਫੋਲੋ ਕਰਨਾ ਪੈਂਦਾ, ਤੁਹਾਡੇ ਵਿਚਾਰਕ ਵਿਰੋਧੀ ਨੂੰ ਵੀ ਫੋਲੋ ਕਰਨਾ ਪੈਂਦਾ, ਤੁਹਾਡੇ ਨਾਲ 10 ਮਿੰਟ ਰੂਬਰੂ ਹੋਣ ਲਈ, 20 ਮਿੰਟ ਰੂਬਰੂ ਹੋਣ ਲਈ ਸਾਨੂੰ 2-3 ਘੰਟੇ ਲਾਉਣੇ ਪੈਂਦੇ ਆ, ਫੁੱਲਣੇ ਪੈਂਦੇ ਆ। ਜੀ ਤਾਂ ਉਹਦੇ ਵਿੱਚ ਕੀ ਆ ਕਿ ਜੇ ਤੁਸੀਂ ਉਤਲੇ ਪੱਧਰ ਤੇ ਵੇਖੋਗੇ, ਇੱਕ ਨੈਰੇਟਿਵ ਤੇਜ਼ੀ ਦੇ ਨਾਲ ਬਿਲਡ ਕੀਤਾ ਜਾ ਰਿਹਾ ਵਾ। ਉਹ ਕੀ ਆ? ਉਹ ਇਹ ਆ, ਨੰਬਰ 1, 2 ਨੇ, ਉਸ ਚੀਜ਼ ਨੂੰ ਸਮਝ ਲਿਓ, ਚੰਗੀ ਤਰ੍ਹਾਂ ਭਾਸ ਲਿਓ, ਇਹ ਤੁਹਾਨੂੰ ਕੁਝ ਮਹੀਨਿਆਂ ਬਾਅਦ ਸ਼ਬਦ ਜਿਹੜੇ ਉਹ ਚਿੱਤੇ ਆਉਣਗੇ। ਨੰਬਰ 1 ਕਿ ਇਹ ਅੰਦੋਲਨ ਸਿੱਖਾਂ ਦਾ ਹੈ, ਔਰ ਯੂਪੀ ਦੇ ਵਿੱਚ ਜੋ ਉਹਨਾਂ ਕੀਤਾ, ਉਹਨਾਂ ਦਾ ਧੱਕਾ ਹੈ। ਉਹਨਾਂ ਨੇ ਤਰਾਈ ਦੇ ਇਲਾਕੇ ਜਾ ਕੇ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ। ਉਸ ਟਾਈਮ ਵੀ ਖਾਲਿਸਤਾਨੀ ਆ ਕੇ ਅਸਾਲਟਾਂ ਨਾਲ ਇਹਨਾਂ ਦਾ ਪੂਰਾ ਮਤਲਬ ਕਿ ਆਸਰਾ ਬਣਦੇ ਰਹੇ ਆ, ਸ਼ਰਨ ਲੈਂਦੇ ਰਹੇ ਆ। ਹੁਣ ਵੀ ਉਹੀ ਖਾਲਿਸਤਾਨੀ ਆ ਕੇ ਭਾਜਪਾ ਵਾਲਿਆਂ ਨੂੰ ਮਾਰ ਗਏ ਆ ਤਾਂ ਕਿ ਇੱਥੇ ਦਬਦਬਾ ਰਵੇ। ਇਹ ਬਹੁਤ ਵੱਡੇ ਪੱਧਰ ਤੇ ਮੈਸੇਜ ਫੈਲਾਇਆ ਜਾ, ਔਰ ਫੈਕਟ ਦਿੱਤੇ ਜਾ ਰਹੇ ਝੂਠੇ। ਤੇ ਦੇਖੋ ਜੀ, ਇਹ ਆਏ ਸੀਗੇ ਤੇ ਇਹਨਾਂ ਨੂੰ ਜਿਹੜੀ ਜ਼ਮੀਨ ਮਿਲੀ ਸੀ ਪੱਟੇ ਦੇ ਰੂਪ ਦੇ ਵਿੱਚ, ਉਹ ਕੁਝ ਕੁ ਵਿਗੇ ਮਿਲੀ ਸੀ। ਜਿਹੜਾ ਸੀਲਿੰਗ ਐਕਟ ਆ ਉਹ ਲਾਗੂ ਹੋ ਗਿਆ, ਪਰ ਇਹਨਾਂ ਨੇ ਉਹ ਜ਼ਮੀਨ ਤੇ ਛੱਡਣੀ ਕੀ ਸੀ, ਬਾਕੀ ਦੀ ਜ਼ਮੀਨ ਵੱਲ। ਨੰਬਰ 1 ਇਹ ਚੀਜ਼ ਜਿਹੜੀ ਆ ਫੈਲਾਈ ਜਾ ਰਹੀ ਹੈ ਕਿ ਇਹ ਸਾਰਾ ਕੁਝ ਹੈ ਜਿਹੜਾ ਸਿੱਖ ਕਰ ਰਹੇ, ਮਤਲਬ ਕਿ ਇਹ ਅੰਦੋਲਨ ਹੀ ਉਹਨਾਂ ਦਾ ਵਾ। ਸੈਕੰਡ ਚੀਜ਼ ਕੀ ਆ ਕਿ ਦੇਖੋ, ਕੁਝ ਲੋਕ ਜਿਹੜੇ ਆਪਣੇ ਵਿੱਚ ਮਤਲਬ ਕਿ ਪੰਜਾਬ ਦੇ ਵਿੱਚ ਵੀ ਬਹੁਤ ਸ਼ਰਾਰਤੀ ਆ। ਰਾਮਲੀਲਾ ਇੱਥੇ ਹੁੰਦੀ ਹੈ ਹਰੇਕ ਵਰੇ, ਤੇ ਲੋਕ ਫੈਮਲੀਆਂ ਨਾਲ ਵੀ ਜਾਂਦੇ ਆ, ਡਜ਼ਨਟ ਮੈਟਰ ਕਿਸ ਕਮਿਊਨਿਟੀ ਦਾ। ਇੱਥੇ 1-2 ਰਾਮਲੀਲਾ ਦੇ ਵਿੱਚ ਪਿਛਲੇ ਸਾਲ ਵੀ ਵਿਘਨ ਪਿਆ ਸੀ, ਜਿਹੜਾ ਗਲਤ ਆ। ਜਿਹੜੀ ਗੱਲ ਗਲਤ ਆ ਸੋ ਗਲਤ ਆ। ਐਤਕੀ ਵੀ 1-2 ਥਾਵਾਂ ਤੇ ਇੰਸੀਡੈਂਟ ਹੋਏ ਆ। ਉਹ ਚੀਜ਼ ਨੂੰ ਬਹੁਤ ਜ਼ਿਆਦਾ ਸੀਰੀਅਸਲੀ RSS ਨੇ ਲਿਆ, ਔਰ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਜਿੱਥੇ ਉਹਨਾਂ ਦਾ ਮੀਡੀਆ, ਔਰ ਬੜਾ ਕਹਿ ਲਓ ਕਿ ਰੈਡੀਕਲ ਮੀਡੀਆ ਜਿਹੜਾ ਉਹਨਾਂ ਦਾ, ਉਹਦੇ ਜ਼ਰੀਏ ਉਸ ਚੀਜ਼ ਨੂੰ ਬਹੁਤ ਜ਼ਿਆਦਾ ਫੈਲਾਇਆ, ਉਹਨਾਂ ਨੇ ਸਪਰੈਡ ਕੀਤਾ ਕਿ ਭਾਈ ਉੱਥੇ ਇਹ ਹਾਲਾਤ ਬਣ ਰਹੇ ਨੇ ਪੰਜਾਬ ਦੇ ਵਿੱਚ ਕਿ ਜਿਹੜੇ ਇਹ ਰਾਮਲੀਲਾ ਤੇ ਹਮਲੇ ਹੋ ਰਹੇ ਆ, ਇਹ ਸਿੱਧੇ ਤੌਰ ਤੇ ਉੱਥੇ ਹਿੰਦੂਆਂ ਨੂੰ ਕੱਢਣਾ। ਹੁਣ ਤੀਜੀ ਚੀਜ਼ ਦੇਖ ਲਓ। ਤੀਜੀ ਚੀਜ਼ ਇਹ ਸੀ ਕਿ ਇਹਨਾਂ ਨੇ ਜ਼ੋਰ ਦਿੱਤਾ ਦੁਸਹਿਰੇ ਦੇ ਵਿੱਚ, ਜਿਹੜਾ ਇਹਨਾਂ ਨੇ ਕਾਲ ਕੀਤਾ ਸੀਗਾ ਕਿ ਪੁਤਲੇ ਫੂਕਾਂਗੇ। ਇਹ ਕਹਿੰਦੇ ਕਿ ਸਾਡਾ ਧਾਰਮਿਕ ਤਿਉਹਾਰ ਹੈ, ਅਸੀਂ ਸ਼ਰਧਾ ਆਸਥਾ ਦੇ ਨਾਲ ਇਸ ਨੂੰ ਮਨਾਉਂਦੇ ਆ। ਤਾਂ ਇਹਦੇ ਵਿੱਚ ਇਹ ਜਿਹੜੀ ਰਾਜਨੀਤੀ ਵਾੜੀ ਜਾ ਰਹੀ ਹੈ ਗਲਤ ਆ। ਮਤਲਬ ਕਿ ਹਿੰਦੂ ਮਜ਼ਹਬ ਨੂੰ, ਹਿੰਦੂ ਧਰਮ ਨੂੰ ਟਾਰਗੇਟ ਕੀਤਾ ਜਾਏ। ਤੁਸੀਂ ਦੇਖੋ, ਇਹ ਹੁਣ ਕੜੀਆਂ ਜੋੜ ਲਓ ਆਪਣੇ ਆਪ ਕਿ ਕਿਸ ਤਰ੍ਹਾਂ ਇਹ ਸਾਰਾ ਕੁਝ ਤੁਹਾਡੇ ਆਸੇ ਪਾਸੇ ਫੈਲਾਇਆ ਜਾ ਰਿਹਾ, ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਫੈਲ ਰਹੀਆਂ। ਕੌਣ ਫੈਲਾ ਰਿਹਾ ਮੈਨੂੰ ਨਹੀਂ ਪਤਾ, ਅਸੀਂ ਪੜ੍ਹ ਰਹੇ ਹਾਂ, ਅਸੀਂ ਦੇਖ ਰਹੇ ਹਾਂ, ਔਰ ਸੁਚੇਤ ਕਰ ਰਹੇ ਹਾਂ ਕਿ ਭਾਈ ਸੰਭਲ ਜਾਓ, ਸੰਭਲ ਚਲੋ। ਔਰ ਇਹ ਚੀਜ਼ ਜਿਹੜੀ ਆ ਮੇਰੇ ਖਿਆਲ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਭਾਂਪ ਲਈ ਕਿ ਇਹ ਬਾਈ ਜਿਹੜਾ ਨੈਰੇਟਿਵ ਜਾ ਰਿਹਾ, ਜੇ ਅਸੀਂ ਇਦਾਂ ਕਰਾਂਗੇ, ਅੜਫਸੀ ਕਰਾਂਗੇ ਤਾਂ ਗਲਤ ਹੋਏਗਾ। ਔਰ ਤੁਹਾਨੂੰ ਯਾਦ ਹੋਣਾ ਇੱਕ ਘਟਨਾ ਹਰਿਆਣੇ ਦੀ ਹੈ ਜਿੱਥੇ ਗੁਰਦੁਆਰੇ 'ਚ ਕੁੱਟਮਾਰ ਕੀਤੀ ਗਈ, ਤਾਂ ਉਸ ਚੀਜ਼ ਨੂੰ ਬਹੁਤ ਵੱਡੇ ਪੱਧਰ ਤੇ ਹਾਈਲਾਈਟ ਕੀਤਾ ਗਿਆ ਸੀ। ਉੱਥੇ ਚਲੋ ਮੁਕੱਦਮਾ ਵੀ ਦਰਜ ਹੋ ਗਿਆ। ਸੋ ਇਹ ਚੀਜ਼ ਆ, ਕੋਈ ਕੁਛ ਵੀ ਕਹੇ ਕਿ ਡਰ ਗਏ ਆ ਜਾਂ ਕੁਛ ਵੀ ਕਹੇ, ਪਰ ਜੇ ਤੁਸੀਂ ਸੱਚੀਓ ਕਿਸਾਨ ਦੇ ਹਮਾਇਤੀ ਆ ਤਾਂ ਤੁਸੀਂ ਇਸ ਚੀਜ਼ ਨੂੰ, ਜੋ ਮੈਂ ਤੁਹਾਨੂੰ ਫੈਕਟ ਦੇ ਰੂਪ ਦੇ ਵਿੱਚ ਦੱਸ ਦਿੱਤੀ ਹੈ, ਫੈਸਲਾ ਤੁਹਾਡੇ ਹੱਥ ਹੈ, ਮੈਂ ਨਹੀਂ ਜਜਮੈਂਟਲ ਹੋ ਸਕਦਾ। ਜਜਮੈਂਟ ਤੁਹਾਡੀ ਹੈ ਕਿ ਤੁਸੀਂ ਜੇ ਸੱਚੀਓ ਕਿਸਾਨ ਹਤੈਸ਼ੀ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਨੈਰੇਟਿਵ ਨੂੰ ਤੋੜਨਾ ਕਿੰਨਾ ਲਾਜ਼ਮੀ ਹੈ। ਉਹਦਾ ਯਤਨ ਇਹਨਾਂ ਨੇ ਕੀਤਾ, ਪਰ ਬਹੁਤ ਵੱਡੇ ਪੱਧਰ ਤੇ ਸੁਚੇਤਤਾ ਦੇ ਨਾਲ ਇਹਨਾਂ ਨੂੰ ਰਣਨੀਤੀ ਕਰਨੀ ਪਵੇਗੀ। ਤੇ ਇਹ ਬਹੁਤ ਤੇਜ਼ੀ ਦੇ ਨਾਲ ਅੰਦਰ ਖਾਤੇ ਕਹਿ ਲਓ ਅੰਡਰਗਰਾਉਂਡ ਜਿਹੜਾ ਕੰਮ ਹੈ ਕਰ ਰਹੇ ਨੇ। ਜੀ। ਪਾਵਰਕਾਮ ਦੇ ਸਾਬਕਾ ਅਧਿਕਾਰੀਆਂ ਨੇ ਚੁੱਕਿਆ ਇੱਕ ਹੋਰ ਰਾਜ ਤੋਂ ਪਰਦਾ। ਹਾਂਜੀ, ਦੇਖੋ, ਮੈਂ ਇੱਕ ਚੀਜ਼ ਦੇਖੀ ਆ, ਆਮ ਤੌਰ ਤੇ ਨਾ ਅਧਿਕਾਰੀ ਤੇ ਰਿਟਾਇਰ ਹੁੰਦੇ ਆ, ਹਰੇਕ ਮਹਿਕਮੇ 'ਚ ਹੁੰਦੇ ਆ। IS ਜਾਂ ਜੱਜ ਬਹੁਤ ਘੱਟ ਹੁੰਦੇ ਆ ਜਿਹੜੇ ਨਾ ਰਿਟਾਇਰਮੈਂਟ ਤੋਂ ਬਾਅਦ ਬੋਲਦੇ। ਸਰਵਿਸ ਦੇ ਵਿੱਚ ਤਾਂ ਉਹਨੂੰ ਬੋਲਣਾ ਹੀ ਕੀ ਆ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਦੀ ਰੀੜ੍ਹ ਦੀ ਹੱਡੀ ਇੰਨੀ ਕੁੱਬੀ ਹੁੰਦੀ ਆ ਤੇ ਉਹ ਸਿੱਧੀ ਨਹੀਂ ਹੁੰਦੀ।
ਪਰ ਜਿਉਂਦੇ ਰਹਿਣ ਕੁਝ ਲੋਕ ਜਿਹੜੇ ਆਪਣੇ ਮਹਿਕਮੇ, ਕਿਉਂਕਿ ਰਿਜ਼ਕ ਹੁਣ ਜਿੱਦਾਂ ਅਸੀਂ ਕਿਸੇ ਅਦਾਰੇ ਨਾਲ ਜੁੜੇ ਹਾਂ, ਫਰਜ਼ ਕਰੋ, ਤੇ ਅਸੀਂ ਉਹਦੀ ਸਲਾਮਤੀ ਹਮੇਸ਼ਾ ਮੰਗਦੇ ਆ ਨਾ ਕਿ ਉਹਦੀ ਸਲਾਮਤੀ ਨਾਲ ਹੀ ਸਾਡੀ ਸਲਾਮਤੀ ਹੈ ਭਾਈ। ਤੇ ਜਿਨ੍ਹਾਂ ਨੇ 40-40 ਸਾਲ ਰਿਜ਼ਕ ਕਮਾਇਆ ਹੋਵੇ, ਬੜੇ ਜਜ਼ਬਾਤ ਜੁੜੇ ਹੁੰਦੇ ਆ ਕਿ ਉਹ ਜਾ ਕੇ ਕੋਈ ਉਹਦੇ ਵਾਸਤੇ ਰਿਟਾਇਰਮੈਂਟ ਤੋਂ ਬਾਅਦ ਵੀ ਸੋਚਣ, ਉਹ ਅੱਛੀ ਗੱਲ ਹੈ, ਬੁਰੀ ਨਹੀਂ। ਪਰ ਕੁਝ ਚੰਦ ਲੋਕ ਜੇ ਛੱਡ ਦਈਏ ਤਾਂ ਬਹੁਤੇ ਜ਼ਿਆਦਾ ਜਿਹੜੇ ਉਹ ਰਿਟਾਇਰਮੈਂਟ ਤੋਂ ਬਾਅਦ ਝਾਕ ਰੱਖਦੇ ਆ, ਐਕਸਟੈਂਸ਼ਨ ਮਿਲ ਜਾਵੇ, ਐਕਸਟੈਂਸ਼ਨ ਤੋਂ ਬਾਅਦ ਅੱਜ ਕੱਲ੍ਹ ਵੱਡੇ ਅਫਸਰ ਹੈ ਜਿਹੜੇ ਉਹ ਪਾਰਟੀਆਂ 'ਚ ਚਲੇ ਜਾਂਦੇ ਆ, ਕਈ ਤੇ ਸਾਹਿਬ ਰਾਜ ਸਭਾ 'ਚ ਵੀ ਚਲੇ ਜਾਂਦੇ ਆ ਨਾ, ਤੁਹਾਨੂੰ ਯਾਦ ਹੋਣਾ। ਖੈਰ ਦੇਖੋ, ਇਹਦੇ 'ਚ ਕੀ ਇਹਨਾਂ ਨੇ ਜਿਹੜਾ ਇੱਕ ਰਾਜ ਦਾ ਪਰਦਾਫਾਸ਼ ਕੀਤਾ ਉਹ ਇਹ ਆ ਕਿ ਇੱਕ ਤਾਂ ਬਿਜਲੀ ਜਿਹੜੀ ਬਾਹਰੋਂ ਖਰੀਦੀ ਜਾ ਰਹੀ ਆ। ਹੁਣ ਦੇਖ ਲਓ, ਇਹ ਨਾ ਸੋਚਿਓ ਕਿ ਮੈਂ ਕੋਈ ਸਿੱਧੂ ਦੇ ਖਿਲਾਫ ਜ਼ਿਆਦਾ ਬਰਖਲਾਫ ਕੋਈ ਨਿੱਜੀ ਵਿਚਾਰ ਕਰਕੇ ਬੋਲਦਾ। ਗੱਲ ਮੈਂ ਕਰਦਾ ਹੁੰਦਾ ਹਮੇਸ਼ਾ ਕਿ ਥੋੜਾ ਜਿਹਾ ਜਦੋਂ ਤੁਸੀਂ ਰਾਜਨੀਤੀ ਨੂੰ ਪੜ੍ਹਨਾ ਸ਼ੁਰੂ ਕਰਦੇ ਹੋ ਚੀਜ਼ਾਂ ਸਮਝਣ ਦੇ ਵਿੱਚ ਆਸਾਨ ਹੋ ਜਾਂਦਾ ਕੰਮ। ਅੱਛਾ, ਇਹ ਕਹਿੰਦੇ ਸਨ ਨਾ ਬਿਜਲੀ ਬਾਹਰੋਂ ਖਰੀਦੋ, ਬਿਜਲੀ ਬਾਹਰੋਂ ਖਰੀਦੋ। ਸਾਡੇ ਅੱਗੇ ਕਹਿੰਦੇ ਸੀਗੇ ਕਿ ਰਗੜੇ ਜਾਓਗੇ, ਕਿਉਂਕਿ ਨਰਿੰਦਰ ਮੋਦੀ ਸਾਹਿਬ ਨੇ ਬਿਜਲੀ ਵਾਲਾ ਵੀ ਜਿਹੜਾ ਓਪਨ ਐਕਸਚੇਂਜ ਐਨਰਜੀ ਵਾਲਾ ਜਿਹੜਾ ਮਾਰਕੀਟ ਹੈ ਨਾ, ਉਹ ਇਸ ਹਿਸਾਬ ਨਾਲ ਉਹਦਾ ਸੈਟਅਪ ਕਰ ਦਿੱਤਾ ਹੈ। ਅੱਧੇ ਘੰਟੇ ਬਾਅਦ ਬੋਲੀ ਲੱਗਦੀ ਆ, ਔਰ ਬੋਲੀ ਦੇ ਵਿੱਚ ਹੁਣ ਪਲੇਅਰ ਜਿਹੜੇ ਆ ਤੁਹਾਨੂੰ ਪਤਾ ਹੀ ਆ, ਉਹ ਲੋਕ ਆ ਜਿਹੜੇ ਸ਼ੇਅਰ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਦਿੰਦੇ। ਅੱਛਾ, ਉੱਥੋਂ ਇਹ 15 ਤੋਂ 20 ਰੁਪਏ ਪਰ ਯੂਨਿਟ ਬਿਜਲੀ ਖਰੀਦ ਰਿਹਾ ਸਰ। 15 ਤੋਂ 20 ਰੁਪਏ, ਅੰਦਾਜ਼ਾ ਲਾ ਲਓ 15 ਤੋਂ 20। ਜਿਹੜੀ ਬਿਜਲੀ 1 ਅਕਤੂਬਰ ਨੂੰ 4 ਰੁਪਏ 56 ਪੈਸੇ ਸੀ, ਅੱਜ 15 ਤੋਂ 20 ਰੁਪਏ ਆ। ਔਰ ਇਹ ਗੇਮ ਜਿਹੜੀ ਆ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਕਿ ਬਹੁਤ ਵੱਡੇ ਪੱਧਰ ਤੇ ਖੇਡੀ ਜਾਏਗੀ, ਔਰ ਪੰਜਾਬ ਦੀ ਖੇਤੀ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਗੇਮ ਤਾਂ ਹੋਰ ਵੀ ਤਕੜੇ ਢੰਗ ਨਾਲ ਖੇਡੀ ਜਾਊ, ਕਿਉਂਕਿ ਖੇਤੀ ਜਿਹੜੀ ਆ ਟੋਟਲੀ ਹੁਣ ਸਾਡਾ ਨਹਿਰੀ ਢਾਂਚਾ ਤੇ ਬਰਬਾਦ ਹੋ ਗਿਆ ਨਾ। ਨਹਿਰਾਂ ਤੇ ਖਤਮ ਕਰ ਦਿੱਤੀਆਂ ਸੀ, ਜਾਲ ਸੀ। ਅੰਗਰੇਜ਼ਾਂ ਨੇ ਸਾਨੂੰ ਬਹੁਤ ਵੱਡਾ ਨੈਟਵਰਕ ਦਿੱਤਾ ਸੀ ਕਿ ਚਲੋ ਖੇਤੀਬਾੜੀ ਕਰਨ, ਜੁਝਾਰੂ ਜੰਗਜੂ ਕੌਮ ਆ, ਲੜਾਈਆਂ ਝਗੜਿਆਂ 'ਚ ਹਟ ਕੇ ਮਿਹਨਤ ਕਰੇ। ਸੋ ਉਹ ਢਾਂਚਾ ਜਿਹੜਾ ਸੀਗਾ ਨਹਿਰਾਂ ਵਾਲਾ ਨਾ, ਫਨਾਹ ਕਰ ਦਿੱਤਾ, ਤਬਾਹ ਕਰ ਦਿੱਤਾ। ਪਾਣੀ ਤਾਂ ਸਾਡਾ ਪਹਿਲਾਂ ਹੀ ਚਲੇ ਗਿਆ, ਵੰਡਿਆ ਗਿਆ। ਡੈਮ ਸਾਡੇ ਕੋਲ ਹੈ ਨਹੀਂ, ਕੱਖ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਤਾਂ ਜਿਹੜੀ ਸਾਡੀ ਬਿਜਲੀ ਆ, ਬਿਜਲੀ ਦੀ ਜੇ ਨਿਰਭਰਤਾ ਇਸੇ ਤਰ੍ਹਾਂ ਹੀ ਵੱਧਦੀ ਰਹੀ ਤੇ ਮੰਡੀ ਦੇ ਵਿੱਚੋਂ ਬਿਜਲੀ ਜਿਹੜੀ ਆ ਉਹ ਤੁਹਾਨੂੰ ਮਹਿੰਗੀ ਮਿਲੇ ਓਪਨ ਐਕਸਚੇਂਜ ਦੇ ਰਾਹੀਂ, ਤਾਂ ਫਿਰ ਕਿੰਨਾ ਕੁ ਅਫੋਰਡ ਕਰੂਗੀ? ਇਹ ਪਟਾਕਾ ਪੈਣਾ ਹੀ ਪੈਣਾ। ਸੋ ਇਹ ਚੀਜ਼ ਆ ਕਿ ਟਰਾਲੀ ਦੇ ਪਿੱਛੇ ਨਾ ਅਸੀਂ ਨਿੱਕੇ ਹੁੰਦੇ ਪੜ੍ਹਦੇ ਹੁੰਦੇ ਹਾਂ, ਨਿੱਤ ਮੰਗਵੀ ਨਹੀਂ ਮਿਲਦੀ ਤੇ ਆਪਣੀ ਬਣਾ ਲੈ ਮਿੱਤਰਾ। ਹੁਣ ਜ਼ਰੂਰਤ ਤੇ ਇਸੇ ਗੱਲ ਦੀ ਆ ਕਿ ਭਾਈ ਆਪਣੇ ਵਸੀਲੇ ਪੈਦਾ ਕਰੋ। ਇਹਨਾਂ ਨੇ ਜਿਹੜੀ ਰਾਜ ਦੀ ਗੱਲ ਦੱਸੀ ਆ, ਚਲੋ ਲੰਬੀ ਚਲੇ ਜਾਂਦੀ ਆ ਗੱਲ। ਅੱਛਾ, ਇਹਨਾਂ ਨੇ ਆਖਿਆ ਵਾ ਕਿ ਜਿਹੜਾ 25 ਦਿਨ ਦਾ ਕਾਇਦੇ ਦੇ ਮੁਤਾਬਕ ਕੋਲਾ ਰਿਜ਼ਰਵ ਰੱਖਣਾ ਚਾਹੀਦਾ, ਤੇ ਉਸ ਰਿਜ਼ਰਵ ਨੂੰ ਮੇਨਟੇਨ ਇਸ ਕਰਕੇ ਨਹੀਂ ਇਹ ਕਰਦੇ ਕਿਉਂਕਿ ਉਹਦੇ ਵਾਸਤੇ 300 ਤੋਂ 400 ਕਰੋੜ ਰੁਪਈਆ ਐਕਸਟਰਾ ਚਾਹੀਦਾ ਨਿੱਜੀ ਥਰਮਲਾਂ ਨੂੰ। ਤਾਂ ਉਹ ਪੈਸਾ ਬਚਾਉਣ ਵਾਸਤੇ ਇਹ ਕਦੇ ਵੀ ਉਹ ਜਿਹੜਾ ਰਿਜ਼ਰਵ ਆ ਉਹ ਰੱਖਦੇ ਹੀ ਨਹੀਂ। ਇੱਕ ਬਹੁਤ ਵੱਡਾ ਉਹਨਾਂ ਨੇ ਰਾਜ ਖੋਲਿਆ ਕਿ ਅਸਲ ਦੇ ਵਿੱਚ ਨਿੱਜੀ ਥਰਮਲ ਕਮਾਈ ਆਪਣੀ ਪੂਰੀ ਕਰ ਰਹੇ ਨੇ, ਸਾਡੇ ਤੋਂ ਫਿਕਸ ਚਾਰਜ ਵਗੈਰਾ ਜੋ ਵੀ ਉਹਨਾਂ ਨੇ ਲੈਣਾ ਆ ਉਹ ਤਾਂ ਲੈ ਰਹੇ ਨੇ, ਪਰ ਬਦਲੇ ਦੇ ਵਿੱਚ ਜੋ ਕਾਇਦੇ ਦੇ ਮੁਤਾਬਕ, ਐਗਰੀਮੈਂਟ ਦੇ ਮੁਤਾਬਕ ਉਹਨਾਂ ਨੇ ਕੁਝ ਕਰਨਾ ਵਾ, ਉਹਦੇ ਤੋਂ ਭੱਜਿਆ ਜਾ ਰਿਹਾ। ਮੇਰੇ ਖਿਆਲ ਦੇ ਨਾਲ ਇੱਥੇ ਕਸੂਰਵਾਰ ਉਹ ਬਾਅਦ ਦੇ ਵਿੱਚ ਆ। ਕਸੂਰਵਾਰ ਪਹਿਲਾਂ ਉਹ ਲੋਕ ਆ ਜਿਹੜੇ ਕਮਿਸ਼ਨ ਚੱਕ ਜਾਂਦੇ ਆ, ਜਿਹੜੇ ਇਹਨਾਂ ਤੋਂ ਚੰਦੇ ਲੈ ਜਾਂਦੇ ਆ, ਪਰ ਬਾਅਦ ਦੇ ਵਿੱਚ ਸੱਤਾ 'ਚ ਆ ਕੇ ਇਹਨਾਂ ਦੀ ਕੋਈ ਚੈਕਿੰਗ ਨਹੀਂ ਕਰਦੇ, ਕੋਈ ਇਹਨਾਂ ਤੇ ਡੰਡਾ ਨਹੀਂ ਰੱਖਦੇ, ਕੋਈ ਕੁੰਡਾ ਨਹੀਂ ਰੱਖਦੇ। ਮੈਂ ਨਹੀਂ ਕਹਿੰਦਾ ਕਿ ਨਿੱਜੀ ਥਰਮਲ ਬੰਦ ਕਰ ਦਿਓ, ਕਿਉਂਕਿ ਜਦੋਂ ਨਿੱਜੀ ਥਰਮਲ ਬੰਦ ਹੋ ਗਏ ਨਾ ਪੱਠਾ ਬਹਿ ਜਾਊਗਾ। ਪੰਜਾਬ ਦੀ ਖੇਤੀ ਤਾਂ ਛੱਡੋ, ਬਿਜਲੀ ਬਗੈਰ ਚੱਲਣੀ ਕੀ ਆ, ਪੰਜਾਬ ਦੇ ਪੱਖੇ ਖੜ ਜਾਣੇ, ਕਿਉਂਕਿ ਜਿਹੜੀ ਸਾਡੀ ਕੁੱਲ ਪੈਦਾਵਾਰ ਆ ਇਸ ਟਾਈਮ 8000 ਮੈਗਾਵਾਟ, ਉਹਦੇ ਚੋਂ ਕੱਲੀ 4000 ਇਹਨਾਂ ਦੀ, 4000 ਕਪੈਸਿਟੀ ਇਹਨਾਂ ਦੀ ਆ। ਬਾਕੀ ਟੋਟਲ ਸਾਡੀ ਲਾ ਲਓ ਕਿ ਜਿਹੜੀ ਉਤਪਾਦਨ ਸ਼ਕਤੀ ਉਹ 4000 ਮੈਗਾਵਾਟ ਦੀ ਰਹਿ ਜਾਂਦੀ। ਤੇ ਦੇਖ ਲਓ ਕੀ ਕਰ ਲਓ, ਕਿੰਨੀ ਕੁ ਬਾਹਰੋਂ ਮੰਗਾ ਲਓਗੇ, ਕਿਉਂਕਿ ਟਰਾਂਸਮਿਸ਼ਨ ਦੀ ਸਮਰੱਥਾ ਜਿਹੜੀ ਕਪੈਸਿਟੀ ਆ ਉਹ ਮੈਕਸੀਮਮ ਸਾਡੀ 7000 ਮੈਗਾਵਾਟ ਦੀ, ਜਦਕਿ ਸਾਡੀ ਨੀਡ ਇਸ ਬਾਰੇ 15000 ਮੈਗਾਵਾਟ ਦੀ ਸੀਗੀ, ਅਗਲੇ ਬਾਰੇ ਉਹ ਵੱਧ ਕੇ ਤਕਰੀਬਨ 16000 ਮੈਗਾਵਾਟ। ਤੋ ਇਹ ਚੀਜ਼ਾਂ ਸੋਚਣ ਵਾਲੀਆਂ, ਵਿਚਾਰਨ ਵਾਲੀਆਂ, ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ, ਤਵੱਜੋ ਦੇਣ ਦੀ ਜ਼ਰੂਰਤ ਆ।
ਵਧੀਆ ਗੱਲ ਕੀਤੀ ਹੈ ਨਾ ਕਰਮਚਾਰੀਆਂ ਨੇ, ਸਲੂਟ ਦੇ ਕਾਬਿਲ ਆ। ਤਾਂ ਪਰ ਹੁਣ ਕਰਨਾ ਕਿਹਨੇ ਆ? ਕਰਨਾ ਉਹਨਾਂ ਲੋਕਾਂ ਨੇ ਆ ਜਿਨ੍ਹਾਂ ਲੋਕਾਂ ਨੂੰ ਹੁਣ ਕਹਿ ਲਈਏ ਕਿ ਆਪੋ ਵਿੱਚ ਬੈਠੇ ਆ। ਇਸ ਗੱਲ ਦੀ ਸੁਤਾ ਨਹੀਂ ਹੈਗੀ ਕਿ ਤੁਸੀਂ ਤੇ ਕਹਿੰਦੇ ਹੋ ਓਪਨ ਮੰਡੀ ਚੋਂ, ਓਪਨ ਐਕਸਚੇਂਜ ਪ੍ਰਣਾਲੀ ਚੋਂ ਬਿਜਲੀ ਖਰੀਦ ਲਓ ਜੀ। ਆ ਖਰੀਦੀ ਪਈ ਹੈ ਬਿਜਲੀ 20-20 ਰੁਪਏ ਬਿਜਲੀ ਖਰੀਦ ਕੇ ਕਦ ਤੱਕ ਚੱਲੂ ਕੰਮ? ਜੀ ਜੀ ਜੀ। ਨਰਮਾ ਪੱਟੀ ਦੇ ਕਿਸਾਨਾਂ ਨੂੰ ਮਿੰਟੂ ਜੀ 60,000 ਮੁਆਵਜ਼ਾ ਦੇਣ ਤੋਂ ਸਰਕਾਰ ਦੀ ਨਾ। ਨਹੀਂ, 60,000 ਮਿਲਣਾ ਹੀ ਨਹੀਂ ਹੈ ਜੀ। 60,000 ਨਹੀਂ ਮਿਲੇਗਾ ਕਿਉਂਕਿ 60,000 ਮੁਆਵਜ਼ਾ ਮੈਨੂੰ ਨਹੀਂ ਲੱਗਦਾ ਇਹੋ ਜਿਹੀ ਸਰਕਾਰ ਦੇ ਸਕਦੀ ਆ। ਹਾਂ, ਮਤਲਬ ਕਿ ਜੇ ਸਰਕਾਰ ਚਾਹੇ ਤੇ ਸੰਭਵ ਨਹੀਂ ਹੈ, ਪਰ ਇਹ ਜਿਹੜੀ ਸਰਕਾਰ ਹੈ ਨਾ, ਇਹ ਥੁੱਕ ਨਾਲ ਬੜੇ ਪਕਾਉਣ ਵਾਲੀ ਜ਼ਿਆਦਾ ਆ। ਥੁੱਕ ਨਾਲ ਬੜੇ ਪਕਾਉਣ ਵਾਲੀ ਜ਼ਿਆਦਾ ਆ, ਕੰਮ ਘੱਟ ਕਰਦੀ ਹੈ। ਅੱਛਾ, ਗੱਲ ਇਹਦੇ ਵਿੱਚ ਇਹ ਆ ਕਿ 60,000 ਤਾਂ ਨਹੀਂ, ਇਹ ਕਹਿੰਦੇ ਆ ਜੀ ਕਿ ਕਾਇਦੇ ਦੇ ਮੁਤਾਬਕ ਅਸੀਂ ਤੁਹਾਨੂੰ 12,000 ਦੇ ਸਕਨੇ ਆ। ਤੇ ਉਹਦੇ ਚੋਂ ਤੁਸੀਂ ਏਦਾਂ ਕਰੋ ਕਿ 30% ਤੁਹਾਨੂੰ ਇਨਕਰੀਜ਼ ਕਰਕੇ ਅਸੀਂ ਕਰਾ ਕੇ ਮਤਲਬ ਕਿ 16,000 ਦੇ ਦਿਆਂਗੇ ਕਿੱਲੇ ਦਾ। ਮਤਲਬ ਕਿੱਲੇ ਦਾ 16,000 ਰੁਪਇਆ। ਉਹ ਕਿੰਨਾ ਮੰਗਦੇ ਨੇ? 60,000। ਪਰ ਮੈਨੂੰ ਲੱਗਦਾ ਕਿ ਮਿਨੀਮਮ 20-25,000 ਰੁਪਇਆ ਤਾਂ ਦੇਣਾ ਚਾਹੀਦਾ, ਕਿਉਂਕਿ ਜੇ ਤੁਸੀਂ ਇਹ ਕਹਿੰਦੇ ਹੋ, ਇਹ ਹਵਾਲਾ ਦੇ ਰਿਹਾ ਕਿ ਦੇਖੋ ਜੀ ਸਾਡੇ ਜਿਹੜੇ ਨਿਯਮ ਨੇ ਉਹ ਹੀ ਇਜਾਜ਼ਤ ਨਹੀਂ ਦਿੰਦੇ। ਮਤਲਬ ਕਿ ਜਿਹੜੇ ਸਾਡੇ ਰੂਲ ਆ ਉਹ 12,000 ਤੋਂ ਵੱਧ ਮੁਆਵਜ਼ੇ ਦੀ ਕਿਤੇ ਖੁੱਲ੍ਹ ਦਿੰਦੇ ਹੀ ਨਹੀਂ ਹੈ। ਤਾਂ ਤੁਸੀਂ ਉਹਨਾਂ ਨੂੰ ਖੁੱਲਿਆ ਕਰੋ ਨਾ, ਕਿਉਂਕਿ ਜਿਹੜੀ ਖੇਤੀ ਦੀ ਕਾਸਟ ਆ ਉਹ ਤੇ ਲਗਾਤਾਰ ਮੁਸਲਸਲ ਵੱਧਦੀ ਜਾ ਰਹੀ ਹੈ ਨਾ ਸਾਹਿਬ। ਹਰੇਕ ਸਾਲ ਤੁਸੀਂ ਡੀਜ਼ਲ ਦੇਖ ਲਓ, 19 ਚ ਕੀ ਰੇਟ ਸੀਗਾ, 21 ਚ ਕੀ ਰੇਟ ਹੈ, ਤੇ 22 ਚੋਂ ਨੇ ਕੀ ਹੋ ਜਾਣਾ ਆ। ਤੋ ਇਸ ਕਰਕੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਆ ਉਹ ਇਹੋ ਆ ਕਿ ਇੱਕ ਤਾਂ ਫਲੈਕਸੀਬਿਲਿਟੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੁਹਾਡੇ ਰੂਲਸ ਦੇ ਵਿੱਚ ਕਿ ਭਾਈ ਜਿਸ ਹਿਸਾਬ ਨਾਲ ਮਹਿੰਗਾਈ ਵੱਧਦੀ ਹੈ, ਜਿਸ ਹਿਸਾਬ ਨਾਲ ਪ੍ਰੋਡਕਸ਼ਨ ਦੀ ਕਾਸਟ ਵੱਧਦੀ ਆ, ਪ੍ਰੋਡਕਟਿਵਿਟੀ ਤੁਹਾਡੀ ਮਹਿੰਗੀ ਹੁੰਦੀ ਜਾਂਦੀ ਆ, ਠੀਕ ਉਸੇ ਤਰ੍ਹਾਂ ਹੀ ਮੁਆਵਜ਼ਾ ਕੰਪਨਸੇਟ ਜਿਹਨੂੰ ਜਦੋਂ ਵੀ ਕਰਨਾ ਤੁਸੀਂ ਤਾਂ ਉਹ ਵਾਧਾ ਹੋਣਾ ਚਾਹੀਦਾ। ਦੂਜੀ ਗੱਲ ਇਹ ਆ ਕਿ ਦੇਖੋ ਇਹਨਾਂ ਨੇ ਬੀਮਾ ਪਾਲਿਸੀ ਲਿਆਂਦੀ ਸੀਗੀ। ਉਹ ਬੀਮਾ ਪਾਲਿਸੀ ਜਿਹੜੀ ਇਹ ਲੈ ਕੇ ਆਏ ਸਨ ਪੰਜਾਬ ਸਰਕਾਰ ਨੇ, ਜਾਂ ਕਹਿ ਲਓ ਕਿ ਪ੍ਰਕਾਸ਼ ਸਿੰਘ ਬਾਦਲ ਨੇ, ਉਦੋਂ ਇੱਕ ਚੰਗਾ ਕਦਮ ਚੁੱਕਦਿਆਂ ਨਕਾਰ ਦਿੱਤੀ ਸੀ। ਇਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਅਸੀਂ ਨਾ ਕਾਰਪੋਰੇਸ਼ਨ ਬਣਾਵਾਂਗੇ, ਮਤਲਬ ਕਿ ਆਪਣੇ ਪੱਧਰ ਤੇ ਅਸੀਂ ਕਿਸਾਨਾਂ ਨੂੰ ਇੱਕ ਬੀਮਾ ਯੋਜਨਾ ਦੇਵਾਂਗੇ। ਚਲੋ ਉਦੋਂ ਬਾਅਦ ਉਹ ਸਰਕਾਰ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਸਥਿਰ ਕਦੇ ਸਟੇਬਲ ਕਦੇ ਰਹੀ ਹੋਈ ਨਹੀਂ, ਜਿਹੜੀ ਉਹਨਾਂ ਦੀ ਸੈਕੰਡ ਇਨਿੰਗ ਸੀ ਖਾਸ ਤੌਰ ਤੇ। ਪਰੰਤੂ ਉਹ ਸਰਕਾਰ ਜਾਣ ਤੋਂ ਬਾਅਦ ਵੀ ਕਦੇ ਕਿਸੇ ਨੇ ਇਸ ਬਾਰੇ ਸੋਚਿਆ ਨਹੀਂ ਕਿ ਠੀਕ ਆ, ਕਿਉਂਕਿ ਸਾਡੀ ਇਕੋਨਮੀ ਜਿਹੜੀ ਉਹ ਐਗਰੀਕਲਚਰ ਬੇਸਡ ਆ। ਸਾਡਾ ਸੱਭਿਆਚਾਰ ਖੇਤੀ ਨਾਲ ਜੁੜਿਆ, ਸਾਡੀ ਇਹ ਵਿਰਾਸਤ ਆ ਕਿ ਅਸੀਂ ਕਿਉਂ ਨਹੀਂ ਭਾਈ ਸਟੇਟ ਨੂੰ ਇਨਵੋਲਵ ਕਰਕੇ ਕੋਈ ਇਸ ਤਰ੍ਹਾਂ ਦੀ ਬੀਮਾ ਯੋਜਨਾ ਹੀ ਲੈ ਆਈਏ। ਕਿਉਂਕਿ ਜਿਸ ਤਰ੍ਹਾਂ ਦਾ ਮੰਡੀ ਢਾਂਚਾ ਉਹਦੇ ਚੋਂ ਬਹੁਤ ਆਸਾਨ ਤਰੀਕੇ ਨਾਲ ਪ੍ਰੀਮੀਅਮ ਵਗੈਰਾ ਜਿਹੜੇ ਭਰੇ ਜਾ ਸਕਦੇ ਔਰ ਪੰਜਾਬ ਦਾ ਕਿਸਾਨ ਬੀਮਾ ਲੈ ਸਕਦਾ। ਪਰ ਉਹ ਹੋਣਾ ਕਿਸਾਨ ਪੱਖੀ ਚਾਹੀਦਾ। ਜਿਹੜੀ ਦੂਜੀ ਹੈਗੀ ਸੀਗੀ ਨੈਸ਼ਨਲ ਪੱਧਰ ਦੀ ਇਹਨਾਂ ਦੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਬੀਮਾ ਯੋਜਨਾ ਜਿਹਨੂੰ ਕਹਿ ਦਿੰਦੇ ਆ, ਉਹ ਆਪਾਂ ਸਭ ਨੇ ਵੇਖੀਏ ਕਿ ਕਿਸ ਤਰ੍ਹਾਂ ਕਾਰਪੋਰੇਟ ਪੱਖੀ ਸੀਗੀ। ਬੀਮਾ ਕੰਪਨੀਆਂ ਬਹੁਤ ਵੱਡੀ ਕਮਾਈ ਕਰ ਗਈਆਂ, ਆਪਾਂ ਫਿਗਰ ਆਊਟ ਕਰਾਂਗੇ ਕਿਸੇ ਦਿਨ ਸਾਰਾ ਉਹ ਮਾਮਲਾ। ਸੋ ਇਸ ਕਰਕੇ ਮੇਰਾ ਮੰਨਣਾ ਇਹ ਆ ਕਿ ਇੱਕ ਤਾਂ ਬੀਮਾ ਪਾਲਿਸੀ ਕਿਤੇ ਵਧੀਆ ਆਵੇ, ਕੋਈ ਬੰਦਾ ਆਵੇ ਇਸ ਬਾਰੇ ਸੋਚੇ, ਤੇ ਦੂਜਾ ਇਹ ਆ ਕਿ ਜਿਹੜੇ ਤੁਹਾਡੇ ਰੂਲਸ ਇਹਨੂੰ ਫਲੈਕਸੀਬਲ ਕਰੋ ਰੱਬ ਦਾ ਵਾਸਤਾ। ਕਿਉਂਕਿ ਅੱਜ ਦੀ ਤਰੀਕ 'ਚ ਨਰਮੇ ਦਾ ਬੀਜ ਆ ਜਿਹੜਾ, ਮਤਲਬ ਕਿ ਜਿਹੜਾ ਬੀਜਣਾ ਨਰਮਾ, ਉਹ ਹਿਸਾਬ ਲਾ ਲਓ ਕਿ ਕਿੱਲੇ ਦਾ 2-3 ਹਜ਼ਾਰ ਦਾ 4 ਹਜ਼ਾਰ ਦਾ ਬੀਜ ਪੈ ਜਾਂਦਾ। ਹੁਣ ਘਰਾਂ 'ਚ ਬੀਜ ਤੇ ਰਹਿ ਨਹੀਂ ਹੈ। ਫਿਰ ਇਸ ਤੋਂ ਇਲਾਵਾ ਤੁਸੀਂ ਦੇਖੋ ਨਰਮੇ ਤੇ 4-5 ਗੁਡਾਈਆਂ ਹੁੰਦੀਆਂ ਨੇ, ਖਾਦ ਪੈਂਦੀ ਹੈ 3-4 ਵਾਰੀ, 8-10 ਮਹਿੰਗੀਆਂ ਸਪਰੇਹਾਂ ਹੁੰਦੀਆਂ ਨੇ। ਤੇ ਇਹ ਨਰਮਾ ਉਹ ਨਰਮਾ ਵਾ ਜਿਹੜਾ ਬਿਲਕੁਲ ਚੁਗਣ ਦੇ ਮੌਕੇ ਤੇ, ਮਤਲਬ ਕਿ ਜਦੋਂ ਕਾਟਨ ਚੁਗਣੀ ਸੀਗੀ ਉਸ ਮੌਕੇ ਤੇ ਖਰਾਬ ਹੋਇਆ। ਸੋ ਜੇ ਨਾਲ ਤੁਸੀਂ ਕਿਸਾਨ ਦੀ ਫੈਮਿਲੀ ਦੀ ਜਾਂ ਉਹਦੀ ਹੋਰ ਜਿਹੜੀ ਲੇਬਰ ਹੈ ਉਹ ਸਾਰੀ ਜੋੜ ਦਿਓਗੇ ਤਾਂ ਬਹੁਤ ਜ਼ਿਆਦਾ ਕਾਸਟ ਬਣਦੀ ਹੈ। ਪਰ ਕੁਛ ਨਾ ਕੁਛ ਤਾਂ ਘੱਟੋ ਘੱਟ ਉਹਨਾਂ ਨੂੰ ਕੋਈ ਅੱਧ ਪਚੱਧ ਤਾਂ ਦਿਓ ਨਾ। ਜੀ ਜੀ ਜੀ। ਜਿਹੜਾ ਬਣਦਾ ਸੀ ਉਹ ਵੀ ਬੇਰੁਜ਼ਗਾਰ ਭੱਤਾ ਨਹੀਂ ਦੇ ਰਹੀ ਪੰਜਾਬ ਸਰਕਾਰ। ਉਧਰ ਵੀ ਨਾ, ਇੱਧਰ ਵੀ ਨਾ, ਸਾਰੇ ਪਾਸੇ ਨਾ। ਇਹਨਾਂ ਨਾ ਕਰਤੇ ਪਿਆਰ ਤੁਮ ਇਸੇ ਕਰ ਬੈਠੇ ਤੇ ਬਸ ਨਾ ਵਾਲਿਆਂ ਨਾਲ ਹੀ ਕਰ ਬੈਠੇ ਨੇ ਲੋਕ। ਚਲੋ
ਗੱਲ ਇਹ ਆ ਕਿ ਦੇਖੋ ਜਿਹੜਾ ਬੇਰੁਜ਼ਗਾਰੀ ਭੱਤਾ ਹੈ ਨਾ, ਉਹ ਇੰਨਾ ਕੁ ਆ ਕਿ ਕਈ ਵਾਰ ਬੰਦੇ ਨੂੰ ਟਰਾਲੀ ਲਿਜਾਣੀ ਪੈਂਦੀ ਆ, ਨੋਟ ਹੂੰ ਪੂਰੇ ਨਹੀਂ ਆਉਂਦੇ। ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਨਾ, ਟਰੱਕ ਭਰ ਦਿਆਂਗੇ, ਟਰੱਕ ਲਿਆਵਾਂਗੇ ਹੂੰ ਨੋਟਾਂ ਦੇ, ਟਰੰਕ ਲਿਆਵਾਂਗੇ, ਪਤਾ ਨਹੀਂ ਕਹਿਣਾ ਤਾਂ ਕੀ ਚਾਹੁੰਦੇ ਸੀ। ਫਿਰ ਉਹ ਟਰਾਲੀਆਂ ਦੇ ਵਿਆਹ ਤਰੰਗਲੀਆਂ ਨਾਲ ਲਾ ਲਿਓ ਤੁਸੀਂ, ਮੈਂ ਇੰਨੇ ਨੋਟ ਲਿਆਉਂ ਤੁਹਾਡੇ ਲਾ ਕੇ। ਅਗਰ ਗੱਲ ਇਹ ਆ ਕਿ ਜਿਹੜਾ ਬੇਰੁਜ਼ਗਾਰੀ ਭੱਤਾ ਵਾ, ਉਹ ਸਾਡੇ ਇੱਥੇ 250 ਰੁਪਈਆ, ਮਤਲਬ ਕਿ ਬੇਰੁਜ਼ਗਾਰ ਦੀ ਜ਼ਿੰਦਗੀ 250 ਚ ਇੱਥੇ ਬਹੁਤ ਖੂਬਸੂਰਤ ਢੰਗ ਨਾਲ ਕੱਟੀ ਜਾਂਦੀ ਆ। ਕਿਉਂਕਿ ਉਹਦੇ ਚ ਜੇ ਦੇਖੀਏ ਤੇ ਪੀਪਾ ਤਾਂ ਘਿਓ ਦਾ ਲੈ ਲੈਂਦਾ ਦੇਸੀ ਦਾ 250 ਰੁਪਈਏ ਚ, ਤੇ ਇੱਕ ਬੋਰੀ ਬਦਾਮਾਂ ਦੀ ਲੈ ਲੈਂਦਾ, ਤੇ ਖਸਖਸ ਲੈ ਲੈਂਦਾ 10-20 ਕਿਲੋ, ਤੇ ਸਵੇਰੇ ਰਗੜਾ ਲਾ ਲੈਂਦਾ ਆ, ਵਿੱਚ ਮਗਜ ਮੁਗਜ ਪਾ ਕੇ ਸ਼ਰਦਾਈ ਬਣਾ ਕੇ ਉਹ ਪੀ ਲੈਂਦਾ। ਫਿਰ ਉਹ ਨੌਕਰੀ ਲੱਭਣ ਤੁਰ ਪੈਂਦਾ। ਥੱਲੇ ਉਹਦੇ ਮਰਸਡੀਜ਼ ਹੁੰਦੀ ਆ ਜਿਹੜੀ ਉਹਨੇ ਉਸੇ ਹੀ ਬੇਰੁਜ਼ਗਾਰੀ ਭੱਤੇ ਦੀਆਂ ਕਿਸ਼ਤਾਂ ਚ ਲਈ ਹੁੰਦੀ ਆ। ਠੀਕ ਹੈ ਜੀ, ਉਹ ਫਿਰ ਵੱਡੇ ਕਾਰਪੋਰੇਟ ਹਾਊਸ ਦੇ ਅੱਗੇ ਲਾ ਦਿੰਦਾ। ਨੌਕਰੀ ਨਹੀਂ ਮਿਲਦੀ, ਪਰ ਉਹ ਜਿਹੜਾ ਸਟੈਂਡ ਤੇ ਖਲੋਤਾ ਹੁੰਦਾ ਉਹਨੂੰ ਟਿਪ ਦੇ ਵਿੱਚੋਂ ਫਿਰ ਉਹ ਜਿਹੜਾ ਬੇਰੁਜ਼ਗਾਰੀ ਵਾਲਾ ਭੱਤਾ ਹੁੰਦਾ ਉਹਦੇ ਚ ਕੱਢ ਕੇ ਚੰਗੀ ਮੋਟੀ ਰਕਮ ਦੇ ਜਾਂਦਾ ਹੈ। ਸੋ ਇਸ ਤਰ੍ਹਾਂ ਬੇਰੁਜ਼ਗਾਰੀ ਭੱਤੇ ਦੇ ਨਾਲ ਇੱਕ ਲਗਜ਼ਰੀ ਲਾਈਫ ਜੀ ਸਕਦਾ ਬੰਦਾ 250 ਰੁਪਏ। ਉਹ ਸ਼ਰਮ ਆਉਣੀ ਚਾਹੀਦੀ ਆ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸਨ ਕਿ 2500 ਰੁਪਇਆ ਦਿਆਂਗੇ ਅਸੀਂ, 2500, ਕਿਉਂਕਿ ਸਾਡੇ ਨੌਜਵਾਨ ਇੰਨੇ ਬੇਮੁਖ ਹੋ ਗਏ ਨੇ, ਬੇਰੁਖ ਹੋ ਗਏ ਨੇ, ਉਹ ਰਜਿਸਟ੍ਰੇਸ਼ਨ ਕਰਾਉਣੀ ਬੰਦ ਕਰ ਚੁੱਕੇ ਆ ਇਹਨਾਂ ਦੇ ਰੁਜ਼ਗਾਰ ਦਫ਼ਤਰਾਂ 'ਚ। ਉਹ ਜਿਹੜੇ ਕੋਈ ਹੈਗਾ 100, 150, 50, ਕੋਈ 40, 50 ਕੋਈ ਬੰਦੇ ਆ, ਉਹਨਾਂ ਨੂੰ ਜਿਹੜਾ 250 ਰੁਪਇਆ ਬਣਦਾ ਉਹ ਵੀ ਨਹੀਂ ਦੇ ਸਕੇ ਅੱਜ ਤੱਕ। ਘਰ ਘਰ ਨੌਕਰੀ ਕੀ ਦੇਣੀ ਸੀਗੀ, ਰੁਜ਼ਗਾਰ ਤੱਕ ਜਿਹੜਾ ਉਹ ਭੱਤਾ ਬਣਦਾ ਹੈ ਉਹ ਨਹੀਂ ਦੇ ਸਕੇ। ਜੀ 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 ਬਿਲਕੁਲ। ਤੇ ਮਿੱਟੂ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਪ੍ਰੋਗਰਾਮ ਇੱਥੇ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।